ਤੁਸੀਂ ਆਪਣੀ ਓਪਨਿੰਗ ਜਿਹੜੇ ਵਿਊ 'ਚ ਇਹ ਗੱਲ ਇਹਨਾਂ ਨੂੰ ਕਾਲੇ ਕਾਨੂੰਨ ਕਿਹਾ, ਜਦ ਕਿ ਇਹ ਕਾਨੂੰਨ ਦੇਸ਼ ਦਾ ਵੀ ਔਰ ਦੇਸ਼ ਦੇ ਕਿਸਾਨਾਂ ਦਾ ਵੀ ਇਹ ਜਿਹੜੇ ਹੈਗੇ ਫਿਊਚਰ ਤੈਅ ਕਰਨਗੇ। ਇਹ ਗੇਮ ਚੇਂਜਰ ਦੇ ਤੌਰ ਤੇ ਜਾਣੇ ਜਾਣਗੇ ਆਉਣ ਵਾਲੇ ਟਾਈਮ ਦੇ ਅੰਦਰ। ਇਹ ਤਿੰਨ ਕਾਨੂੰਨਾਂ ਰਾਹੀਂ ਕਿਸਾਨ ਨੂੰ ਬਿਲਕੁਲ ਕੇਂਦਰ ਨੇ ਆਜ਼ਾਦੀ ਦੇਤੀ। ਕਿਸਾਨ ਨੂੰ ਇੰਨਾ ਕੁ ਕਾਨੂੰਨਾਂ ਰਾਹੀਂ ਜਿਹੜਾ ਕੰਟਰੈਕਟਰ ਨੂੰ ਇੰਨਾ ਕੁ ਬੰਨ੍ਹਤਾ ਕਿ ਕਿਸਾਨ ਤੇ 1% ਵੀ ਸੇਕ ਨਹੀਂ ਆ ਸਕਦਾ, ਨਾ ਤਾਂ ਉਸਦੇ ਰੇਟ ਤੇ ਨਾ ਉਸਦੀ ਜ਼ਮੀਨ ਤੇ। ਅੱਜ ਤੁਸੀਂ ਦੇਖੋ ਉਸ ਧਰਨੇ ਦੇ ਅੰਦਰ ਕਿਸ ਤਰ੍ਹਾਂ ਖਾਲਿਸਤਾਨ ਦੇ ਨਾਰੇ ਲੱਗ ਰਹੇ ਹੈ। ਕੋਈ ਸੀਏ ਦੇ ਖਿਲਾਫ ਬੋਲ ਰਿਹਾ ਹੈ, ਕੋਈ ਸ਼ਰਜਿਲ ਇਮਾਮ ਦੇ ਖਿਲਾਫ ਬੋਲ ਰਿਹਾ ਹੈ। ਆਪਣੇ ਹਿਡਨ ਏਜੰਡਿਆਂ ਕਰਕੇ ਇਹਨਾਂ ਨੇ ਜਿਹੜਾ ਹੈਗਾ ਉੱਥੇ ਧਰਨੇ ਲਵਾਏ। कह रहे हो कि सारा असी सच्चे है, लेकिन सारा विपक्ष एक इकट्ठा हो गया। ਜਿਹੜੇ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨੂੰ ਹਰ ਪਾਸਿਓਂ ਹਰ ਜਗ੍ਹਾ ਤੋਂ ਬਲਕਿ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈਗਾ। ਔਰ ਸੱਚ ਔਰ ਝੂਠ ਦਾ ਫੈਸਲਾ ਕਰੇਗਾ ਕੌਣ? ਵਿਦੇਸ਼ੀ ਕੌਣ? ਕਿਹੜੇ ਵਿਦੇਸ਼ੀ? ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ? ਕਿਹੜੇ ਵਿਦੇਸ਼ੀ ਜਿਹੜੇ ਰੈਫਰੈਂਡਮ 2020 ਦੀ ਗੱਲ ਕਰਦੇ ਆ? ਜਿਹੜੇ ਉਰੇ ਸਰਪੰਚ ਦੇ ਇਲੈਕਸ਼ਨ ਜਿੱਤ ਸਕਦੇ ਉੱਥੇ ਉਹ ਜਾ ਕੇ ਦੇਸ਼ ਦੀਆਂ ਗੱਲਾਂ ਕਰਦੇ ਆ। ਉਹ ਪਹਿਲਾਂ ਪਾਕਿਸਤਾਨ ਦਾ ਖਾਲਿਸਤਾਨ ਦਾ ਲੈ ਲੈਣ। ਪਰ ਮੋਦੀ ਸਾਹਿਬ ਨੇ ਇਸ ਕਾਨੂੰਨ 'ਚ ਕੀ ਲਿਖਤਾ? ਕੰਟਰੈਕਟਰ ਕਿਸਾਨ ਦੀ ਜ਼ਮੀਨ ਖਰੀਦ ਨਹੀਂ ਸਕਦਾ। ਕੰਟਰੈਕਟਰ ਕਿਸਾਨ ਦੀ ਜ਼ਮੀਨ ਲੀਜ਼ ਤੇ ਨਹੀਂ ਲੈ ਸਕਦਾ। ਕੰਟਰੈਕਟਰ ਕਿਸਾਨ ਦੀ ਜ਼ਮੀਨ ਗਿਰਵੀ ਨਹੀਂ ਰੱਖ ਸਕਦਾ। ਜਿਹੜੀ ਸਰਕਾਰ ਸਿਰਫ ਤੇ ਸਿਰਫ ਲੋਕਾਂ ਵਾਸਤੇ ਸੋਚਦੀ ਹੋਵੇ, ਪਹਿਲਾਂ ਦੀਆਂ ਸਰਕਾਰਾਂ ਨਹੀਂ ਹੈ ਵੀ ਆਪਣੇ ਬਾਰੇ ਸੋਚਣਾ, ਭਾਈ ਬਾਰੇ ਸੋਚਣਾ, ਫਿਰ ਜਵਾਈ ਬਾਰੇ ਸੋਚਣਾ। ਇਸ ਪਾਰਟੀ ਨੇ ਸਿਰਫ ਤੇ ਸਿਰਫ ਲੋਕਾਂ ਬਾਰੇ ਕੰਮ ਕੀਤਾ ਹੈ। ਪਾਵਰ ਆਫ ਵਰਡਸ ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵਕਤ ਅਗਰ ਅਸੀਂ ਗੱਲ ਕਰੀਏ, ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਕਿਸਾਨੀ ਅੰਦੋਲਨ ਦਾ, ਜਿਹੜਾ ਮੁੱਦਾ ਹੈਗਾ ਉਹ ਪੂਰੇ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਇਹ ਸਭ ਤੋਂ ਬੜਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ। ਜਿੱਥੇ ਕਿਸਾਨ ਦਿੱਲੀ ਦੇ ਵਿੱਚ ਇਸ ਟਾਈਮ ਅੰਦੋਲਨਕਾਰੀ ਬਣ ਕੇ ਬੈਠੇ ਹੋਏ ਨੇ, ਅੰਦੋਲਨ ਕਰ ਰਹੇ ਨੇ, ਉੱਥੇ ਹੀ ਪੰਜਾਬ ਦੀ ਕੀ ਸਾਰੀ ਵਿਰੋਧੀ ਪਾਰਟੀਆਂ ਜਿਹੜੀਆਂ ਕਿਸਾਨਾਂ ਨੂੰ ਸਮਰਥਨ ਦੇ ਰਹੀਆਂ ਨੇ। ਪਰ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਦੇ ਜੋ ਆਗੂ ਨੇ ਉਹ ਇਸ ਮੁੱਦੇ ਨੂੰ ਲੈ ਕੇ, ਇਸ ਕਾਲੇ ਕਾਨੂੰਨ ਨੂੰ ਲੈ ਕੇ ਕੀ ਸੋਚਦੇ ਨੇ? ਕਿ ਉਹ ਇਸ ਕਾਨੂੰਨ ਦੀ ਹਮਾਇਤ ਕਰਦੇ ਨੇ ਜਾਂ ਕੋਈ ਵੱਖਰਾ ਰਵੱਈਆ ਰੱਖਦੇ ਨੇ? ਉਹਦੇ ਨਾਲ ਉਸ ਮੁੱਦੇ ਦੇ ਉੱਤੇ ਗੱਲ ਕਰਨ ਲਈ ਇਸ ਵਕਤ ਸਾਡੇ ਨਾਲ ਮੌਜੂਦ ਨੇ ਸ਼੍ਰੀ ਪ੍ਰਵੀਨ ਬੰਸਲ ਜੀ। ਔਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬੰਸਲ ਸਾਹਿਬ, ਪਾਵਰ ਆਫ ਵਰਡਸ ਏਵਨ ਪੰਜਾਬੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਮੇਰੀ ਗੱਲ ਤੁਸੀਂ ਸਰੋਤਾ ਤੱਕ ਪਹੁੰਚਾਓਗੇ, ਤੁਹਾਡੀ ਬੜੀ ਮਿਹਰਬਾਨੀ। ਬੰਸਲ ਸਾਹਿਬ, ਜਿਹੜੇ ਤਿੰਨ ਕਾਨੂੰਨ ਲੈ ਕੇ ਆਏ ਹੈ ਬੀਜੇਪੀ ਸਰਕਾਰ, ਤੁਸੀਂ ਇਸ ਕਾਨੂੰਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹਨਾਂ ਦੇ ਹਮਾਇਤੀ ਹੋ ਜਾਂ ਇਸ ਕਾਨੂੰਨ ਬਾਰੇ ਕੋਈ ਵੱਖਰਾ ਰਵੱਈਆ ਰੱਖਦੇ ਹੋ? ਕਮਲ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਪ੍ਰਾਰਥਨਾ ਕਰਾਂਗਾ, ਤੁਸੀਂ ਆਪਣੀ ਓਪਨਿੰਗ ਜਿਹੜੇ ਵਿਊ 'ਚ ਇਹ ਗੱਲ ਇਹਨਾਂ ਨੂੰ ਕਾਲੇ ਕਾਨੂੰਨ ਕਿਹਾ, ਜਦ ਕਿ ਇਹ ਕਾਨੂੰਨ ਦੇਸ਼ ਦਾ ਵੀ ਔਰ ਦੇਸ਼ ਦੇ ਕਿਸਾਨਾਂ ਦਾ ਵੀ ਇਹ ਜਿਹੜੇ ਹੈਗੇ ਫਿਊਚਰ ਤੈਅ ਕਰਨਗੇ। ਇਹ ਗੇਮ ਚੇਂਜਰ ਦੇ ਤੌਰ ਤੇ ਜਾਣੇ ਜਾਣਗੇ ਆਉਣ ਵਾਲੇ ਟਾਈਮ ਦੇ ਅੰਦਰ। ਅਤੇ ਇਸ ਲਈ ਆਪਾਂ ਇਹਨਾਂ ਨੂੰ ਵਿਦਵਾਨਾਂ ਤੋਂ ਤੁਸੀਂ ਸੁਣੋਗੇ, ਇਹਨੂੰ ਐਨਾਲਾਈਜ਼ ਕਰੋਗੇ ਤਾਂ ਇਹ ਕਾਲੇ ਕਾਨੂੰਨ ਨਹੀਂ ਹੈ। ਇਹ ਕਾਨੂੰਨ ਤਾਂ ਸਾਡੇ ਮਤਲਬ ਉਜਾਲਾ ਕਰਨਗੇ। ਸੋ ਇਹ ਜਿਹੜੇ ਕਾਨੂੰਨ ਹੈ, ਕਿਉਂਕਿ 1947 ਤੋਂ ਬਾਅਦ, ਆਜ਼ਾਦੀ ਤੋਂ ਬਾਅਦ ਜ਼ਿਆਦਾਤਰ ਤੁਸੀਂ ਕਿਸਾਨ ਦੇਖੋ, ਕਿਸਾਨ ਤਰੱਕੀ ਨਹੀਂ ਕਰ ਸਕਿਆ। ਔਰ ਰੋਜ਼ ਤੁਸੀਂ ਆਤਮ ਹੱਤਿਆ ਦੀਆਂ ਖਬਰਾਂ ਤੋਂ ਆਮ ਸੁਣਦੇ ਸੀਗੇ। ਔਰ ਕਿਸਾਨ ਨੂੰ ਗਰੀਬ ਕਿਸਾਨ ਕਿਹਾ ਜਾਂਦਾ ਸੀ, ਕਿਉਂਕਿ ਕਿਸਾਨ ਨੂੰ ਇੱਕ ਪੰਛੀ ਦੀ ਤਰ੍ਹਾਂ ਜਾਲ 'ਚ ਬੰਨ੍ਹਿਆ ਹੋਇਆ ਸੀਗਾ। ਉਹਦੇ ਉੱਪਰ ਅਲੱਗ-ਅਲੱਗ ਕਾਨੂੰਨ ਉਹਦੇ ਉੱਪਰ ਇੰਪਲੀਮੈਂਟ ਹੁੰਦੇ ਸੀ ਔਰ ਉਹਨੂੰ ਇੱਕ ਨਾਲ ਦੀ ਮੰਡੀ ਤੱਕ ਸੀਮਤ ਕੀਤਾ ਸੀ। ਇਹ ਤਿੰਨ ਕਾਨੂੰਨਾਂ ਰਾਹੀਂ ਕਿਸਾਨ ਨੂੰ ਬਿਲਕੁਲ ਕੇਂਦਰ ਨੇ ਆਜ਼ਾਦੀ ਦੇਤੀ। ਜਿਸ ਤਰ੍ਹਾਂ
ਐਸੀਆਂ ਬੜੀਆਂ ਉਦਾਹਰਨਾਂ ਹੋਣਗੀਆਂ, ਤੁਹਾਨੂੰ ਮਿਲ ਜਾਣਗੀਆਂ ਵੀ ਇੱਕ ਛੋਟੇ ਜਿਹੇ ਵਪਾਰੀ ਨੇ ਸਾਈਕਲ ਦਾ ਕੰਮ ਸ਼ੁਰੂ ਕੀਤਾ, ਅੱਜ ਉਹ ਵਰਲਡ 'ਚ ਉਸਦਾ ਨਾਮ ਹੈ। ਕਿਸੇ ਬੰਦੇ ਨੇ ਲੁਧਿਆਣੇ 'ਚ ਹੌਜ਼ਰੀ ਦਾ ਕੰਮ ਕੀਤਾ, ਅੱਜ ਉਹਦਾ ਵਰਲਡ 'ਚ ਨਾਮ ਹੈ। ਕਿਉਂਕਿ ਤੁਸੀਂ ਕਿਸੇ ਕੰਮ 'ਚ ਵੀ ਜਿਹੜੀ ਇਨੋਵੇਸ਼ਨ ਹੁੰਦੀ ਹੈ, ਉਸ ਕੰਮ ਨੂੰ ਜਿਹੜਾ ਨਵਾਂ ਰੂਪ ਦੇਣਾ, ਨਵੀਂ ਕੋਸ਼ਿਸ਼ਾਂ ਕਿਹੜੀ ਹੈਗੀਆਂ ਉਹਨੂੰ ਬੁਲੰਦੀਆਂ 'ਤੇ ਲੈ ਕੇ ਜਾਂਦਾ ਹੈ। ਕਿਉਂਕਿ ਕਿਸਾਨ ਨੂੰ ਬੰਨ੍ਹਿਆ ਹੋਇਆ ਸੀ ਵੀ ਤੂੰ ਉਰੇ ਤੋਂ ਬਾਹਰ ਨਹੀਂ ਜਾਣਾ। ਅੱਜ ਇਸ ਕਾਨੂੰਨਾਂ ਰਾਹੀਂ ਕਿਸਾਨ ਨੂੰ ਦੇਸ਼ ਤੇ ਵਿਦੇਸ਼ਾਂ ਦੀਆਂ ਮੰਡੀਆਂ ਦੇ ਦਿੱਤੀਆਂ। ਜੇ ਕਿਸਾਨ ਉਸ ਤਰ੍ਹਾਂ ਕੰਮ ਕਰੇਗਾ, ਉਹਨੂੰ ਪ੍ਰਾਈਵੇਟ ਇਨਵੈਸਟਰਸ ਆਉਣਗੇ। ਜੇ ਪ੍ਰਾਈਵੇਟ ਇਨਵੈਸਟਰ ਆਉਣਗੇ ਤਾਂ ਨਵੀਂ ਟੈਕਨੋਲੋਜੀ ਆਏਗੀ, ਔਰ ਉਸ ਸਾਰੇ ਕਾਨੂੰਨਾਂ 'ਚ ਕਿਸਾਨ ਨੂੰ ਇੰਨਾ ਕੁ ਉਹ ਕਾਨੂੰਨਾਂ ਰਾਹੀਂ ਜਿਹੜਾ ਕੰਟਰੈਕਟਰ ਨੂੰ ਇੰਨਾ ਕੁ ਬੰਨ੍ਹਤਾ ਕਿ ਕਿਸਾਨ 'ਤੇ 1% ਵੀ ਸੇਕ ਨਹੀਂ ਆ ਸਕਦਾ, ਨਾ ਤਾਂ ਉਸਦੇ ਰੇਟ 'ਤੇ, ਨਾ ਉਸਦੀ ਜ਼ਮੀਨ 'ਤੇ। ਇਹ ਤਾਂ ਲੈ ਲੈ ਪੋਲੀਟੀਕਲ ਪਾਰਟੀਆਂ ਦਾ ਇੱਕ, ਉਹਨਾਂ ਨੂੰ ਜਿਸ ਤਰ੍ਹਾਂ ਤੁਰਪ ਦਾ ਪੱਤਾ ਮਿਲ ਗਿਆ ਹੋ ਗਿਆ, ਉਹਨਾਂ ਨੇ ਕਿਸਾਨ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕੀਤੀ, ਔਰ ਆਪਣੇ ਹਿਡਨ ਏਜੰਡੇ। ਅੱਜ ਤੁਸੀਂ ਦੇਖੋ ਉਸ ਧਰਨੇ ਦੇ ਅੰਦਰ ਕਿਸ ਤਰ੍ਹਾਂ ਖਾਲਿਸਤਾਨ ਦੇ ਨਾਅਰੇ ਲੱਗ ਰਹੇ ਹੈ, ਕੋਈ ਸੀਏ ਦੇ ਖਿਲਾਫ ਬੋਲ ਰਿਹਾ ਹੈ, ਕੋਈ ਸ਼ਰਜਿਲ ਇਮਾਮ ਦੇ ਖਿਲਾਫ ਬੋਲ ਰਿਹਾ ਹੈ। ਆਪਣੇ ਹਿਡਨ ਏਜੰਡਿਆਂ ਕਰਕੇ ਇਹਨਾਂ ਨੇ ਜਿਹੜਾ ਹੈਗਾ ਉੱਥੇ ਧਰਨੇ ਲਵਾਏ। ਹੁਣ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੀ ਸਾਡੇ ਤੋਂ ਹੋ ਗਿਆ, ਜਦ ਕਿ ਜਿਹੜਾ ਕਾਨੂੰਨ ਅਸੀਂ ਪੂਰੇ ਦੁਨੀਆ 'ਚ ਲਾਗੂ ਕੀਤਾ ਹੈ, ਉਹਦਾ ਕੁਝ ਪਾਰਟ 2006 ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਨੇ ਲਾਗੂ ਕੀਤਾ ਸੀ, ਔਰ ਕੁਝ ਪਾਰਟ 2013 ਦੇ ਅੰਦਰ ਅਕਾਲੀ ਭਾਜਪਾ ਨੇ ਪਹਿਲਾਂ ਹੀ ਕੀਤਾ ਹੋਇਆ। ਦੇਖੋ ਪੈਪਸੀ ਹੈ, क्या वो फार्मिंग ਉਹਨਾਂ ਤੋਂ ਲੈ ਨਹੀਂ ਰਹੇ, ਜਾਂ ਕੁਝ ਐਸੇ ਵੱਡੇ ਵੱਡੇ ਕਿਸਾਨ ਹੈ ਕਿ ਦੂਸਰੇ ਕਿਸਾਨਾਂ ਤੋਂ ਫਸਲਾਂ ਲੈ ਕੇ ਉਹ ਕੰਟੈਕਟ ਨਹੀਂ ਚੱਲਦਾ ਪਿਆ, ਜਾਂ ਜਿਹੜੇ ਫੂਡ ਪ੍ਰੋਸੈਸਿੰਗ ਦੇ ਕੁਝ ਯੂਨਿਟ ਲੱਗੇ ਹੈ ਉਹ ਕੰਟੈਕਟ ਤੇ ਕਰ ਨਹੀਂ ਰਹੇ। ਉਹ ਸਾਰਾ ਕੁਝ ਹੈਗਾ। ਇਹ ਤਾਂ ਜਸਟ ਕਿਸਾਨ ਵੀ ਇਸ ਗਿਰਫਤ ਚੋਂ ਬਾਹਰ ਨਾ ਜਾਵੇ, ਉਹਨਾਂ ਦਾ ਵੋਟ ਬੈਂਕ ਬਣਿਆ ਰਹੇ। ਇਹ ਸਾਰੀ ਇੱਕ, ਮੈਂ ਸਮਝਦਾ ਇੱਕ ਸਾਜ਼ਿਸ਼ ਹੈ। ਅਗਰ ਵੋਟ ਬੈਂਕ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਤਾਂ ਇਹ ਡਰ ਬੀਜੇਪੀ ਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਉਹਨਾਂ ਦਾ ਵੋਟ ਬੈਂਕ ਖਿਸਕ ਜਾਏਗਾ? ਦੇਖੋ, ਭਾਰਤੀ ਜਨਤਾ ਪਾਰਟੀ ਨੇ ਕਦੇ ਵੀ ਵੋਟਾਂ ਦੀ ਰਾਜਨੀਤੀ ਨਹੀਂ ਕੀਤੀ। ਅਸੀਂ ਜਿੰਨੇ ਫੈਸਲੇ ਲਿੱਤੇ, ਖਾਸ ਕਰਕੇ ਮੋਦੀ ਜੀ ਦੇ ਆਉਣ ਤੋਂ ਬਾਅਦ, 2014 ਤੋਂ ਆਉਣ ਤੋਂ ਬਾਅਦ, ਅਸੀਂ ਨੋਟਬੰਦੀ ਦਾ ਫੈਸਲਾ ਲਿੱਤਾ, ਜਿਹੜਾ ਕਿ ਦੇਸ਼ ਵਾਸਤੇ ਬਹੁਤ ਜ਼ਰੂਰੀ ਸੀ। ਪਿਛਲੀਆਂ ਸਰਕਾਰਾਂ ਸੋਚਦੀਆਂ ਰਹੀਆਂ, ਉਹਦਾ ਮਸੌਦਾ ਬਣਾਉਂਦੀਆਂ ਰਹੀਆਂ, ਲੇਕਿਨ ਉਹਨਾਂ ਦੀ ਵਿਲ ਨਹੀਂ ਸੀ, ਉਹ ਪਾਵਰ ਨਹੀਂ ਸੀ, ਉਹ ਗਟਸ ਨਹੀਂ ਸੀ। ਦੂਸਰਾ, ਅਸੀਂ GST ਲਾਗੂ ਕੀਤਾ, ਵਨ ਨੇਸ਼ਨ ਵਨ ਟੈਕਸ। ਤੋ ਅਸੀਂ ਜਿਹੜੇ ਫੈਸਲੇ ਲਿੱਤੇ, ਉਹ ਅਸੀਂ ਦੇਸ਼ ਹਿੱਤ ਨੂੰ ਸਾਹਮਣੇ ਰੱਖ ਕੇ ਲਿੱਤੇ। ਅਸੀਂ ਵੋਟ ਹਿੱਤ ਨੂੰ ਸਾਹਮਣੇ ਨਹੀਂ ਰੱਖਿਆ। ਅਤੇ 370 ਧਾਰਾ ਰੋਜ਼ ਪਾਕਿਸਤਾਨ ਵੱਲੋਂ ਜਾਂ ਗੁਆਂਢੀ ਦੇਸ਼ਾਂ ਵੱਲੋਂ ਉਹ ਕਸ਼ਮੀਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਕਸ਼ਮੀਰ ਦੇ ਰਾਹੀਂ ਹਿੰਦੁਸਤਾਨ 'ਚ ਗੜਬੜ ਕਰਾਉਣ ਦੀ ਕੋਸ਼ਿਸ਼ ਹੁੰਦੀਆਂ ਰਹੀਆਂ। ਅਸੀਂ ਉਹ ਮਸਲਾ ਪੱਕਾ ਹੀ ਹੱਲ ਕਰਤਾ, 370 ਧਾਰਾ ਤੋੜਦੀ। ਹਿੰਦੁਸਤਾਨ ਨੂੰ ਧਰਮਸ਼ਾਲਾ ਮੰਨਦੇ ਹੋਏ ਅਤੇ ਇੱਧਰੋਂ ਉੱਧਰੋਂ ਕੋਈ ਨਾ ਕੋਈ ਉਹਦੇ ਆ ਕੇ ਆਪਣਾ ਉਹਨੂੰ ਯੂਜ਼ ਕਰਦਾ ਸੀਗਾ, ਸਾਡੀ ਧਰਤੀ ਦੇ ਸਾਡੇ ਰਿਸੋਰਸਿਸ ਯੂਜ਼ ਕਰਦਾ ਸੀ। ਅਸੀਂ ਉਸ 'ਤੇ ਕਾਨੂੰਨ ਬਣਾਤਾ। ਅਸੀਂ CA ਲਾਗੂ ਕੀਤਾ, ਸਿਟੀਜ਼ਨ ਅਮੈਂਡਮੈਂਟ ਐਕਟ, ਤਾਂ ਕਿ ਉਹੀ ਲੋਕ ਇਸ ਧਰਤੀ 'ਤੇ ਆਉਣ ਜਿਹੜੇ ਲੋਕ ਦੁਖੀ ਹੈ, ਜਿਨ੍ਹਾਂ ਨੂੰ ਪ੍ਰਤਾੜਿਤ ਕੀਤਾ, ਹਿੰਦੂ, ਸਿੱਖ, ਈਸਾਈ, ਪਾਰਸੀ, ਬੁੱਧਿਸਟ, ਜੋ ਲੋਕ ਉਸ ਧਰਤੀ 'ਤੇ ਦੁਖੀ ਹੈ, ਜਿਨ੍ਹਾਂ ਦੀਆਂ ਧੀਆਂ ਭੈਣਾਂ ਦੀ ਪੱਤ ਲੁੱਟੀ ਜਾਂਦੀ ਹੈ। ਸੋ ਅਸੀਂ ਐਸੇ ਸਾਰੇ ਫੈਸਲੇ ਲਿੱਤੇ ਜਿਹੜੇ ਸਾਡੇ ਕੋੜੇ ਹੋ ਸਕਦੇ ਆ। ਕਹਿੰਦੇ ਓਲੇ ਦਾ ਖਾਇਆ, ਬੜੇ ਦਾ ਕਿਹਾ, ਪਿੱਛੋਂ ਸਵਾਦ ਪਾਇਆ। ਸੋ ਸਾਡੇ ਫੈਸਲੇ ਕੋੜੇ ਹੋ ਸਕਦੇ ਆ। ਵੋਟਾਂ ਦੀ ਹਿੱਤ ਨਹੀਂ ਦੇਖਿਆ, ਅਸੀਂ ਦੇਸ਼ ਤੇ ਦੇਸ਼ ਦੇ ਲੋਕਾਂ ਦੇ ਹਿੱਤ 'ਚ ਫੈਸਲਾ ਕੀਤਾ। ਇਹ ਫੈਸਲਾ ਵੀ ਦੇਸ਼ ਹਿੱਤ ਦਾ ਫੈਸਲਾ ਹੈ। ਹੋ ਸਕਦਾ ਸਾਨੂੰ ਵੋਟਾਂ ਦਾ ਨੁਕਸਾਨ ਹੋਵੇ, ਪਰ ਹਾਲੇ ਪਿਆ 2022 ਨੂੰ, ਤਦ ਤੱਕ ਇਹ ਸਾਰੀਆਂ, ਕਿਉਂਕਿ ਇੱਕ ਫਸਲ ਅਸੀਂ ਚੱਕੀ ਗਈ। ਅੱਜ ਮੈਕਸੀਮਮ ਜਿਹੜੀ ਫਸਲ ਹੈ ਉਹ ਜਿਹੜੀ MSP ਦੇ ਥਰੂ ਅਸੀਂ ਚੱਕ ਲਈ ਉਹਨੂੰ। ਤੁਸੀਂ ਫਸਲ ਦੀ ਗੱਲ ਕੀਤੀ ਹੈਗੀ ਹੈ, ਕੈਪਟਨ ਸਾਹਿਬ ਨੇ ਵੀ ਇਹ ਗੱਲ ਕਹੀ ਹੈਗੀ ਕਿ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਹੈ ਬੰਪਰ ਫਸਲ ਹੋਈ ਹੈਗੀ ਹੈ। ਜਿਹੜੀ ਅਗਰ ਅਸੀਂ ਖਾਸ ਕਰ ਪੈਡੀ ਦੀ ਗੱਲ ਕਰੀਏ ਤਾਂ ਉਹ ਬੰਪਰ ਫਸਲ ਹੋਈ ਹੈਗੀ ਹੈ, ਔਰ ਸੈਂਟਰ ਨੇ ਵੀ ਕਿਹਾ ਹੈਗਾ ਕਿ ਅਸੀਂ ਜਿਹੜੀ ਖਰੀਦ ਕੀਤੀ ਹੈਗੀ ਉਹ MSP ਜਿਹੜੀ ਹੈਗੀ ਉਹ ਵਧਾ ਕੇ ਕੀਤੀ ਹੈਗੀ ਹੈ। ਲੇਕਿਨ ਫਿਰ ਵੀ ਕਿਸਾਨ ਨੂੰ ਇਹ ਗੱਲ ਸਮਝ ਕਿਉਂ ਨਹੀਂ ਆ ਰਹੀ? ਦੇਖੋ, ਤੁਸੀਂ ਕਿਸੇ ਘੋੜੇ ਨੂੰ
ਚਾਰ ਬੰਦੇ ਆਪਣੇ ਲਾਲਚ ਲਈ ਉਹਨੂੰ ਬੱਕਰਾ 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 ਕਹੀ ਜਾਣਗੇ ਤਾਂ ਕਿਤੇ ਨਾ ਕਿਤੇ ਭੁਲੇਖਾ ਪੈਣਾ ਸ਼ੁਰੂ ਹੋ ਜਾਂਦਾ ਹੈ। ਕਾਂਗਰਸ ਦਾ ਆਧਾਰ ਖਤਮ ਹੋ ਗਿਆ। ਉਹ ਵੀ ਝੂਠ ਸੱਚ ਨੂੰ ਝੂਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਪ ਜਿਹੜੇ ਡਿਫੈਕਟਡ ਅਤੇ ਰਿਜੈਕਟਡ ਪਾਰਟੀ ਦੇ ਜਿਹੜੇ ਨਾ ਕੋਈ ਵਿਚਾਰ ਹੈ ਨਾ ਸੰਸਕਾਰ ਹੈ, ਉਹਨਾਂ ਦਾ ਕੋਈ ਆਧਾਰ ਨਹੀਂ ਹੈ, ਕੋਈ ਬੇਸ ਨਹੀਂ ਹੈ, ਉਹ ਲੋਕ ਵੀ ਸੱਚ ਨੂੰ ਝੂਠ ਸਾਬਿਤ ਕਰ ਰਹੇ ਹੈ। ਔਰ ਹੋਰ ਵੀ ਪਾਰਟੀਆਂ, ਚਾਹੇ ਸਾਡੀ ਅਲਾਇੰਸ ਪਾਰਟੀ ਸੀ, ਜਦ ਉਹਨਾਂ ਨੂੰ ਲੱਗਿਆ ਵੀ ਨਹੀਂ ਸਾਡਾ ਕਿਤੇ ਸਾਨੂੰ ਸਟੈਂਡ ਲੈਣਾ ਔਖਾ ਹੁੰਦਾ ਅਤੇ ਉਹ ਵੀ ਸਲਿੱਪ ਕਰ ਗਏ। ਸੋ ਜਿਸ ਟਾਈਮ ਸਾਰੇ ਰਲ ਕੇ ਇਸ ਟਾਈਮ ਇੱਕ ਤਰ੍ਹਾਂ ਦਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਮੋਦੀ ਸਾਹਿਬ ਦੇ ਖਿਲਾਫ, ਪਰ ਸੱਚ ਸੱਚ ਰਹਿੰਦਾ ਔਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਰਹੀ ਹੈ। ਚਾਹੇ ਸਤਿਯੁਗ ਦਾ ਟਾਈਮ ਸੀ, ਚਾਹੇ ਤ੍ਰੇਤਾ ਦਾ ਟਾਈਮ ਸੀ, ਚਾਹੇ ਦੁਆਪਰ ਦਾ ਟਾਈਮ ਸੀ। ਸੋ ਉਹ ਸੱਚ ਦੀ ਜਿੱਤ ਸਾਹਮਣੇ ਆਏਗੀ ਔਰ ਉਹਦੇ ਹੌਲੀ ਹੌਲੀ ਰਿਜ਼ਲਟ ਆਉਣੇ ਸ਼ੁਰੂ ਹੋ ਗਏ। ਜਿਸ ਤਰ੍ਹਾਂ ਦਾ ਤੁਸੀਂ ਉਸ ਅੰਦੋਲਨ ਦੇ ਅੰਦਰ ਹੁਣ ਇਹ ਸਾਰੇ ਐਕਸਪੋਜ਼ ਹੋਣੇ ਸ਼ੁਰੂ ਹੋ ਗਏ। ਸੋ ਆਉਣ ਵਾਲੇ ਟਾਈਮ ਸਾਰੀ ਕਲੈਰਿਟੀ ਹੋ ਜਾਏਗੀ। ਤੁਸੀਂ ਇਹ ਕਹਿ ਰਹੇ ਹੈਗੇ ਹੋ ਕਿ ਸਾਰਾ ਅਸੀਂ ਸੱਚੇ ਹੈਗੇ, ਲੇਕਿਨ ਸਾਰਾ ਵਿਪਕਸ਼ ਇੱਕ ਇਕੱਠਾ ਹੋ ਗਿਆ। ਜਿਹੜੇ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨੂੰ ਹਰ ਪਾਸਿਓਂ ਹਰ ਜਗ੍ਹਾ ਤੋਂ ਬਲਕਿ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈਗਾ। ਔਰ ਸੱਚ ਔਰ ਝੂਠ ਦਾ ਫੈਸਲਾ ਕਰੇਗਾ ਕੌਣ? ਵਿਦੇਸ਼ੀ ਕੌਣ? ਕਿਹੜੇ ਵਿਦੇਸ਼ੀ? ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ? ਕਿਹੜੇ ਵਿਦੇਸ਼ੀ ਜਿਹੜੇ ਰੈਫਰੈਂਡਮ 2020 ਦੀ ਗੱਲ ਕਰਦੇ ਆ? ਜਿਹੜੇ ਉਰੇ ਸਰਪੰਚ ਦੇ ਇਲੈਕਸ਼ਨ ਜਿੱਤ ਸਕਦੇ ਉੱਥੇ ਉਹ ਜਾ ਕੇ ਦੇਸ਼ ਦੀਆਂ ਗੱਲਾਂ ਕਰਦੇ ਆ। ਉਹ ਪਹਿਲਾਂ ਪਾਕਿਸਤਾਨ ਦਾ ਖਾਲਿਸਤਾਨ ਤਾਂ ਲੈ ਲੈਣ। ਪਾਕਿਸਤਾਨ ਦੇ ਇਸ਼ਾਰਿਆਂ 'ਤੇ, ਪਾਕਿਸਤਾਨ ਦੀ ਫੰਡਿੰਗ 'ਤੇ, ਚਾਈਨਾ ਦੀ ਫੰਡਿੰਗ 'ਤੇ ਉਹ ਲੋਕ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਮੋਦੀ ਸਾਹਿਬ ਦੇ ਰਾਜ ਦੇ ਅੰਦਰ ਸਾਡਾ ਪਹਿਲਾ ਜਿਹੜਾ ਕੰਮ ਹੈ ਉਹ ਦੇਸ਼ ਦੀ ਬਾਹਰਲੀ ਅਤੇ ਅੰਦਰਲੀ ਸੁਰੱਖਿਆ ਨੂੰ ਲੈ ਕੇ ਹੈ। ਸੋ ਉਹਨੂੰ ਕੋਈ ਟੱਚ ਨਹੀਂ ਕਰ ਸਕਦਾ, ਉਹਨੂੰ ਕੋਈ ਛੇਦ ਨਹੀਂ ਸਕਦਾ। ਸੋ ਸਾਡੀ ਉਹ ਜਿਹੜੀ ਵਚਨਬੱਧਤਾ ਹੈ, ਅਸੀਂ ਉੱਥੇ ਖੜ੍ਹੇ ਹਾਂ। ਕਿਸਾਨਾਂ ਨੂੰ ਗਾਇਕਾਂ ਦਾ ਵੀ ਔਰ ਆਰਟਿਸਟਾਂ ਦਾ ਵੀ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ ਹੈਗਾ। ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀ ਬੰਸਲ ਸਾਹਿਬ, ਜਿਹਦੇ ਵਿੱਚ ਤੁਸੀਂ ਗਾਇਕਾਂ ਨੂੰ ਲੱਚਰ ਗਾਇਕੀ ਵਾਲੇ ਕਹਿ ਕੇ ਸੰਬੋਧਿਤ ਕੀਤਾ ਹੈਗਾ ਕਿ ਲੱਚਰ ਗਾਇਕਾਂ ਵਾਲੇ ਇਕੱਠੇ ਹੋ ਕੇ ਅੱਜ ਸਾਨੂੰ ਸਿੱਖਿਆ ਦੇ ਰਹੇ ਹੈਗੇ ਆ। ਇਹ ਲੱਚਰ ਗਾਇਕੀ ਦਾ ਕੀ ਮਤਲਬ ਹੈਗਾ? ਤੁਸੀਂ ਕਿਹਨੂੰ ਸੰਬੋਧਿਤ ਕਰਨਾ ਚਾਹ ਰਹੇ ਹੋ? ਮੇਰਾ ਦੂਸਰਾ ਸਵਾਲ ਹੈ, ਅਗਰ ਕਿਸਾਨੀ ਨੂੰ ਉਹ ਸਮਰਥਨ ਦੇ ਰਹੇ ਹੈ, ਕਿਤੇ ਬੀਜੇਪੀ ਇਸ ਕਰਕੇ ਤਾਂ ਉਹਨਾਂ ਨੂੰ ਲੱਚਰ ਗਾਇਕ ਤਾਂ ਨਹੀਂ ਕਹਿਣ ਲੱਗੀ? ਜਿਹੜੇ ਲੋਕ ਆਪਣੇ ਗਾਣੇ 'ਚ ਬੰਦੂਕਾਂ ਦੀ ਗੱਲ ਕਰਨਗੇ, ਜਿਹੜੇ ਲੋਕ ਆਪਣੇ ਗਾਣਿਆਂ 'ਚ ਨਸ਼ੇ ਦੀ ਗੱਲ ਕਰਨਗੇ, ਜਿਹੜੇ ਲੋਕ ਆਪਣੀ ਫਿਲਮਾਂ 'ਚ ਸਾਡੇ ਕਲਚਰ ਨੂੰ ਨੁਕਸਾਨ ਪਹੁੰਚਾਉਣਗੇ, ਸਾਡੀਆਂ ਧੀਆਂ ਭੈਣਾਂ ਦਾ ਜਿਸ ਤਰ੍ਹਾਂ ਦਾ ਸਾਡਾ ਕਲਚਰ ਰਿਹਾ ਉਹ ਦਿਖਾਉਣ ਦੀ ਬਜਾਏ ਆਪਣਾ ਏਜੰਡਾ ਲਾਗੂ ਕਰਨਗੇ ਔਰ ਦੇਸ਼ ਦੇ ਖਿਲਾਫ ਜਾ ਕੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਨਗੇ, ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਦੀ ਸਪੋਰਟ ਕਰਨਗੇ। ਐਸੇ ਲੋਕ ਜਿਹੜੇ ਉੱਥੇ ਸ਼ਰਜੀਲ ਇਮਾਮ ਦੀ ਗੱਲ ਕਰਦੇ ਆ, ਤਾਂ ਉਹਨਾਂ ਲੋਕਾਂ ਨੂੰ ਲੱਚਰਨੀ ਹੈ ਤਾਂ ਕੀ ਹੈ? ਉਹਨਾਂ ਨੇ ਕਿਸਾਨਾਂ ਦੀ ਮਦਦ ਕਰਨੀ ਹੈ ਤਾਂ ਉਹ ਕਿਸੇ ਆਪਣੇ ਇਹ ਤਾਂ ਨਹੀਂ ਹੈਗਾ ਉੱਥੇ ਯੋਗਰਾਜ ਵਰਗੇ ਲੋਕ ਉਹਨਾਂ ਦੇ ਇੱਕ ਏਜੰਡਾ ਬਣਾ ਕੇ ਉਹ ਤੁਸੀਂ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਹ ਤਾਂ ਗਲਤ ਹੈ ਨਾ, ਉਹ ਲੱਚਰੀ ਹੈ। ਹਾਂ, ਉਹ ਕਿਸੇ ਦੇਸ਼ ਦੇ ਕੰਮ ਆਉਣ, ਕਿਸੇ ਸਮਾਜ ਦੇ ਕੰਮ ਆਉਣ, ਕਿਸੇ ਸਾਡੇ ਕਲਚਰ ਨੂੰ ਵਧਾਉਣ ਦੇ ਕੰਮ ਆਉਣ, ਉਹਨੂੰ ਮਜ਼ਬੂਤ ਕਰਨ ਦੇ ਕੰਮ। ਅਸੀਂ ਕਹਾਂਗੇ ਠੀਕ ਹੈ ਯਾਰ, ਵਧੀਆ ਐਸੇ ਗਾਇਕ ਹੋਏ ਨਾ, ਗੁਰਦਾਸ ਮਾਨ ਵਰਗੇ ਹੋਏ ਆ, ਉਹਨਾਂ ਨੇ ਕੀਤਾ ਅਤੇ ਉਹਨਾਂ ਨੂੰ ਮਾਣ ਵੀ ਮਿਲਦਾ। ਸੋ ਜੋ ਐਸੇ ਲੋਕ ਕਰਨਗੇ ਔਰ ਐਡੇ ਐਡੇ ਜਿਹੜੇ ਫੰਡ ਹਨ, ਕਿੱਥੋਂ ਆ ਰਿਹਾ ਫੰਡ? ਹਟਾਉਣ ਵਾਲਾ ਟਾਈਮ ਪਤਾ ਲੱਗੂਗਾ, ਲੋਕ ਐਕਸਪੋਜ਼ ਹੋਣਗੇ। ਤੁਸੀਂ ਪੰਜਾਬ ਦੀ ਰਾਜਨੀਤੀ 'ਚ ਬਹੁਤ ਬੜਾ ਚਿਹਰਾ ਹੋ। ਤੁਸੀਂ ਖੁਦ ਵਿਧਾਨ ਸਭਾ ਦੀ ਇਲੈਕਸ਼ਨ ਵੀ ਲੜੀ ਹੈਗੀ ਹੈ, ਡਿਪਟੀ ਮੇਅਰ ਵੀ ਰਹੇ ਹੈਗੇ ਹੋ। ਤੁਸੀਂ ਖੁਦ ਕਿਉਂ ਨਹੀਂ ਸਮਝਾਉਂਦੇ ਹੈਗੇ ਇਸ ਕਾਨੂੰਨ ਦੇ ਕੀ ਫਾਇਦੇ ਹੈ ਜਾਂ ਕਿਸ ਤਰ੍ਹਾਂ ਇਹ ਕਾਨੂੰਨ ਲੈ ਕੇ ਆਈ ਹੈਗੀ ਸਰਕਾਰ? ਤੁਸੀਂ ਖੁਦ ਇਹਨੂੰ ਪ੍ਰਮੋਟ ਕਿਉਂ ਨਹੀਂ ਕਰ ਰਹੇ? ਦੇਖੋ, ਮੈਂ ਹਰ ਉਹ ਦੋਸਤ ਜਿਹੜਾ ਇਸ ਵਿਸ਼ੇ 'ਤੇ ਮੇਰੇ ਨਾਲ ਗੱਲ ਕਰ ਸਕਦਾ, ਮੈਂ ਆਪ ਵੀ ਕੋਸ਼ਿਸ਼ ਕਰਦਾ ਔਰ ਉਹਨਾਂ ਕੋਲ ਜਾਣਾ ਵੀ ਹੈ। ਮੈਂ ਇੱਕ ਮੁੱਦੇ 'ਤੇ ਗੱਲ ਕਰੂੰਗਾ, ਛੋਟੇ 'ਤੇ। ਇਹਨਾਂ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਹੈ ਵੀ ਜਿਹੜਾ ਠੇਕੇਦਾਰ ਹੈ, ਉਹ ਜਿਹੜਾ ਕੰਟਰੈਕਟਰ ਹੈ, ਉਹ ਕਿਸਾਨ ਦੀ ਜ਼ਮੀਨ ਲੈ ਲਏਗਾ, ਠੀਕ ਹੈ। ਜਦ ਕਿ ਇਹ 2006 ਤੋਂ ਹੀ ਕੰਟਰੈਕਟ ਫਾਰਮਿੰਗ ਹੋ ਰਹੀ ਹੈ। ਤੁਹਾਨੂੰ ਕੋਈ ਸਿੰਗਲ ਐਗਜ਼ਾਮਪਲ ਨਹੀਂ ਮਿਲੀ ਹੋਣੀ ਵੀ ਕਿਸੇ ਨੇ ਕਿਸਾਨ ਦੀ ਜ਼ਮੀਨ ਲਿੱਤੀ ਹੈ, ਕੋਈ ਲੈ ਹੀ ਨਹੀਂ ਸਕਦਾ। ਪਰ ਮੋਦੀ ਸਾਹਿਬ ਨੇ ਇਸ ਕਾਨੂੰਨ 'ਚ ਕੀ ਲਿਖਤਾ? ਕੰਟਰੈਕਟਰ ਕਿਸਾਨ ਦੀ ਜ਼ਮੀਨ ਖਰੀਦ ਨਹੀਂ ਸਕਦਾ। ਕੰਟਰੈਕਟਰ
ਕਿਸਾਨ ਦੀ ਜ਼ਮੀਨ ਲੀਜ਼ ਤੇ ਨਹੀਂ ਲੈ ਸਕਦਾ। ਕੰਟਰੈਕਟਰ ਕਿਸਾਨ ਦੀ ਜ਼ਮੀਨ ਗਿਰਵੀ ਨਹੀਂ ਰੱਖ ਸਕਦਾ। ਔਰ ਅਗਲੀ ਗੱਲ, ਕੰਟਰੈਕਟ ਦੇ ਦੌਰਾਨ ਜੇ ਉੱਥੇ ਕੋਈ ਕੰਟਰੈਕਟਰ ਨੇ ਸਟਰਕਚਰ ਖੜਾ ਕਰ ਲਿਆ, ਵਿਦਿਨ ਪੀਰੀਅਡ ਜੇ ਉਹਨੇ ਉਹ ਸਟਰਕਚਰ ਨਾ ਚੱਕਿਆ, ਕਿਸਾਨ ਨੂੰ ਉਹਦੀ ਜ਼ਮੀਨ ਇਨ ਬਿਨ ਉਸ ਤਰ੍ਹਾਂ ਹੀ ਨਾ ਦਿੱਤੀ, ਤਾਂ ਉਸ ਸਟਰਕਚਰ ਦਾ ਮਾਲਕ ਕਿਸਾਨ ਹੋ ਜਾਏਗਾ। ਯਾਰ ਇਸ ਤੋਂ ਵਧੀਆ ਜ਼ਮੀਨ ਕੰਨੀ ਜਿਹੜਾ ਅੱਖ ਵੀ ਨਾ ਭਰ ਸਕੇ, ਤੇ ਇਹ ਕਾਨੂੰਨ 'ਚ ਲਿਖਿਆ। ਮੈਂ ਕਾਪੀਆਂ ਕਾਨੂੰਨ ਦੀਆਂ ਨਾਲ ਰੱਖਦਾ, ਮੈਂ ਦਿਖਾ ਸਕਦਾ ਵੀ ਇਹ ਸਾਡੇ ਕੋਲ ਕਾਨੂੰਨ ਹੈ ਜਿਸ 'ਚ ਸਰਕਾਰ ਨੇ ਲਿਖਿਆ ਹੋਇਆ ਵੀ ਕੋਈ ਕੰਟਰੈਕਟਰ ਜ਼ਮੀਨ ਨੂੰ ਨਹੀਂ ਛੇੜ ਸਕਦਾ। ਫਿਰ ਦੂਸਰੀ ਗੱਲ, ਜਿਹੜਾ ਕੰਟਰੈਕਟ ਕਰੂਗਾ, ਬੀਜ ਉਹ ਦਊਗਾ, ਟੈਕਨੋਲੋਜੀ ਲੈ ਕੇ ਆਏਗਾ, ਹਰ ਤਰ੍ਹਾਂ ਦਾ ਪ੍ਰੋਸੈਸ ਉਸ 'ਤੇ ਚਰਚਾ ਕਰੇਗਾ। ਜੇ 19 ਕੀ ਉਹਦੇ ਨੁਕਸਾਨ ਹੁੰਦਾ ਤਾਂ ਉਹ ਕੰਟਰੈਕਟਰ ਦੀ ਜ਼ਿੰਮੇਵਾਰੀ ਹੈ। ਅਤੇ ਜੇ ਰੇਟ ਵੱਧ ਜਾਂਦਾ ਤਾਂ ਕਿਸਾਨ ਨੂੰ ਉਸ ਵਧੇ ਹੋਏ ਰੇਟ ਦਾ ਹਿੱਸਾ ਦੇਣਾ ਪਏਗਾ। ਜੇ ਇਹੋ ਜਿਹਾ ਕੰਮ ਕਿਸੇ ਬਿਜ਼ਨਸਮੈਨ ਨੂੰ ਦਿੱਤਾ ਹੁੰਦਾ ਨਾ, ਤਾਂ ਬਿਜ਼ਨਸਮੈਨ ਬਹੁਤ ਤਰੱਕੀ ਕਰਦਾ। ਸੋ ਇਹ ਫਾਰਮਿੰਗ ਨੂੰ ਇੱਕ ਬਿਜ਼ਨਸ ਦੀ ਤਰ੍ਹਾਂ, ਨਵੀਂ ਟੈਕਨੋਲੋਜੀ ਦੀ ਤਰ੍ਹਾਂ ਡਿਵੈਲਪ ਕਰਨ ਵਾਸਤੇ ਇਹ ਜ਼ਰੂਰੀ ਸੀ, ਔਰ ਤਾਂ ਹੀ ਇਹ ਸਰਕਾਰ ਬੜੀ ਖੋਜ ਦੇ ਨਾਲ, ਬੜੇ ਡਿਸਕਸ਼ਨ ਦੇ ਨਾਲ ਲੈ ਕੇ ਆਈ ਹੈ। ਨਹੀਂ, ਫਿਰ ਇਹਨੂੰ ਕਿਤੇ ਪੂੰਜੀਵਾਦ ਨਾਲ ਵਧਾਵਾ ਤਾਂ ਨਹੀਂ ਦਿੱਤਾ ਜਾ ਰਿਹਾ? ਤੁਸੀਂ ਐਗਜ਼ਾਮਪਲ ਦਿਓ ਨਾ। ਉਹ ਕਹਿੰਦੇ ਅਡਾਨੀ ਤੇ ਅੰਬਾਨੀ। ਅੱਜ ਐਸੇ ਕਿਸਾਨ ਹੈ ਜਿਨ੍ਹਾਂ ਕੋਲ 500 ਏਕੜ, 1000 ਏਕੜ ਦੇ ਮਾਲਕ ਹੈ, ਜਿਹੜੇ ਨਿੱਕੇ ਨਿੱਕੇ ਕਿਸਾਨਾਂ ਤੋਂ ਆਲਰੇਡੀ ਕਰਵਾਉਂਦੇ ਹੈ। ਉਹ ਕੀ ਚੀਜ਼ ਹੈ? ਕਿਸ ਨੇ ਜ਼ਮੀਨ ਕਬਜ਼ਾ ਕਰ ਲਈ। ਜਿਹੜੇ ਆਲਰੇਡੀ ਫੂਡ ਪ੍ਰੋਸੈਸਿੰਗ ਦੇ ਯੂਨਿਟ ਲੱਗੇ ਹੋਏ ਹੈ, ਕਿਆ ਕਿਸੇ ਪੂੰਜੀਵਾਦ ਨੇ ਕੋਈ ਜਗ੍ਹਾ ਕਬਜ਼ਾ ਕੀਤੀ? ਕੋਈ ਇੱਕ ਐਗਜ਼ਾਮਪਲ ਹੋਵੇ ਨਾ। ਸੋ ਅਸੀਂ ਇੱਕ ਖੱਸੇ ਖੜੇ ਕਰ ਦਈਏ ਕੋਈ ਅਡਾਨੀ ਜਾਂ ਅੰਬਾਨੀ। ਅਡਾਨੀ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਜਿੰਨੇ ਵੀ ਗਡਾਊਨ ਹੈ, ਉਹ ਸਿੱਧੀ ਕਿਸਾਨਾਂ ਦੀ ਫਸਲ ਥੋੜ੍ਹਾ ਉਹਨੇ ਉਸ 'ਚ ਸਟੋਰ 'ਤੇ ਰੱਖੀ ਹੈ। ਉਹ ਤਾਂ ਸਿੱਧੀ FCI ਦੇ ਉਹਦੇ ਸਮਾਨ ਰੱਖਦਾ। ਉਹਦੇ ਨਾਲ ਕਿਆ ਲਿੰਕ ਹੈ? ਅਸੀਂ ਸਿਰਫ ਇੱਕ ਕ੍ਰੀਏਟ ਕਰ ਰਹੇ ਹਾਂ ਸਿਚੁਏਸ਼ਨ, ਜਿਹੜੀ ਕਿ ਸਿਚੁਏਸ਼ਨ ਹੈ ਹੀ ਨਹੀਂ ਔਰ ਨਾ ਹੋ ਸਕਦੀ ਹੈ। ਇੱਕ ਅਗਲੀ ਗੱਲ, ਅੱਜ ਤੱਕ ਮੋਦੀ ਸਾਹਿਬ ਦੀਆਂ ਜਿੰਨੀਆਂ ਪਾਲਿਸੀਆਂ ਆਈਆਂ, ਮੈਂ ਅਕਸਰ ਇੱਕ ਗੱਲ ਕਿਹਾ ਕਰਦਾ, ਕਹਿੰਦਾ ਜਿਹਦੀ ਨੀਅਤ ਵਧੀਆ ਤਾਂ ਉਹਦੀ ਨੀਤੀ ਵਧੀਆ ਹੁੰਦੀਆਂ, ਉਹਦੀਆਂ ਜਿਹੜੀਆਂ ਪਲੈਨਿੰਗ ਹੈ ਉਹ ਅੱਛੀਆਂ ਹੁੰਦੀਆਂ। ਅੱਜ ਤੱਕ ਜਿੰਨੀਆਂ ਅਸੀਂ ਪਲੈਨਿੰਗਾਂ ਕੀਤੀਆਂ, ਕੋਈ ਇੱਕ ਪਲੈਨਿੰਗ ਦੱਸੋ ਵੀ ਜਿਸ 'ਚ ਕਿਸੇ ਗਰੀਬ ਦਾ, ਕਿਸੇ ਮਜ਼ਦੂਰ ਦਾ, ਕਿਸੇ ਕੌਮ ਦਾ, ਕਿਸੇ ਧਰਮ ਦਾ ਕੋਈ ਨੁਕਸਾਨ ਹੋਇਆ ਹੋਵੇ। ਅਤੇ ਜਿਸ ਕਿਸਾਨ ਨੂੰ ਅਸੀਂ ਅੰਨਦਾਤਾ ਕਹਿੰਦੇ ਹਾਂ, ਅਤੇ ਉਹ ਤਾਂ ਦਾਤਾ ਹੈ ਨਾ, ਤਾਂ ਉਹਦਾ ਨੁਕਸਾਨ ਕਿਸ ਤਰ੍ਹਾਂ ਹੋ ਸਕਦਾ? ਸਰਕਾਰ ਹੁਣ 7 ਮੀਟਿੰਗਾਂ ਉਹਨਾਂ ਨੂੰ ਬੁਲਾ ਚੁੱਕੀ ਵੀ ਆਓ ਵੈਲਕਮ ਕਰੀਏ। ਅਤੇ ਕੱਲ੍ਹ ਨੂੰ ਜੇ ਮੰਨ ਲਓ ਕੋਈ 19 ਕੀ ਲੱਗਦਾ ਵੀ ਇਹ ਪਾਲਿਸੀ 'ਚ ਕੋਈ ਕਮੀ ਹੈ, ਫਿਰ ਗੋਇਲ ਸਾਹਿਬ ਨੇ ਕਿਹਾ, ਸਾਡੇ ਜਿਹੜੇ ਕੇਂਦਰੀ ਮੰਤਰੀ ਹੈ, ਕ੍ਰਿਸ਼ੀ ਮੰਤਰੀ ਨੇ ਕਿਹਾ ਵੀ ਅਸੀਂ ਦੁਬਾਰਾ ਫੇਰ ਬੈਠਾਂਗੇ। ਜਿਹੜੀ ਸਰਕਾਰ ਸਿਰਫ ਅਤੇ ਸਿਰਫ ਲੋਕਾਂ ਵਾਸਤੇ ਸੋਚਦੀ ਹੋਵੇ, ਪਹਿਲਾਂ ਦੀਆਂ ਸਰਕਾਰਾਂ ਨਹੀਂ ਹੈ ਵੀ ਆਪਣੇ ਬਾਰੇ ਸੋਚਣਾ, ਭਾਈ ਬਾਰੇ ਸੋਚਣਾ, ਫਿਰ ਜਵਾਈ ਬਾਰੇ ਸੋਚਣਾ। ਇਸ ਪਾਰਟੀ ਨੇ ਸਿਰਫ ਅਤੇ ਸਿਰਫ ਲੋਕਾਂ ਬਾਰੇ ਕੰਮ ਕੀਤਾ, ਅਤੇ ਇਸ ਲਈ ਇਸ 'ਚ ਕੋਈ ਵੀ ਜਿਹੜਾ ਹੈਗਾ ਕਮੀ ਪੇਸ਼ੀ ਹੋਏਗੀ, ਜੇ ਸਰਕਾਰ GST ਦੇ ਮਸਲੇ 'ਤੇ ਹਰ ਮਹੀਨੇ ਪਲੈਨਿੰਗ ਕਰਦੀ ਹੈ, ਉਹਦੀ ਕੌਂਸਲ ਦੀ ਮੀਟਿੰਗ ਹੁੰਦੀ ਹੈ, ਅਮੈਂਡਮੈਂਟਸ ਹੁੰਦੀਆਂ, ਤਾਂ ਸਰਕਾਰ ਇਸ 'ਚ ਵੀ ਹਰ ਤਰ੍ਹਾਂ ਦੇ ਅਮੈਂਡਮੈਂਟਸ ਕਰਨ 'ਚ ਉਹਨਾਂ ਨੂੰ ਵੈਲਕਮ ਕੀਤਾ, ਔਰ ਰੂਟੀਨ 'ਚ ਉਹ ਕਰਨਗੀਆਂ ਵੀ। ਮਤਲਬ ਹੁਣ ਤੁਹਾਨੂੰ ਲੱਗਦਾ ਕੋਈ ਸਮਾਧਾਨ ਨਿਕਲ ਜਾਏਗਾ? ਬਿਲਕੁਲ ਨਿਕਲੇਗਾ, ਬਿਲਕੁਲ ਨਿਕਲੇਗਾ, ਕਿਉਂਕਿ ਹੁਣ ਉਹ ਜਿਹੜੇ ਉੱਥੇ ਵਿੱਚ ਬੜੇ ਹੋਏ ਨਾ ਬੰਦੇ, ਜਿਹੜੇ ਸ਼ਰਾਰਤ ਕਰਨਾ ਚਾਹੁੰਦੇ ਆ, ਉਹਨਾਂ ਦਾ ਐਕਸਪੋਜ਼ਰ ਸ਼ੁਰੂ ਹੋ ਗਿਆ, ਔਰ ਕਿਸਾਨ ਵੀਰਾਂ ਨੂੰ ਸਮਝ ਆ ਜਾਣੀ ਹੈ ਵੀ ਬਿਲਕੁਲ ਇਹ ਸਾਡੇ ਮੋਢੇ 'ਤੇ ਬੰਦੂਕ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਔਰ ਕਿਉਂਕਿ ਫਸਲ ਇੱਕ ਚੱਕੀ ਗਈ, ਨੈਕਸਟ ਫਸਲ ਹੁਣ ਅੱਜ ਤੁਸੀਂ ਮੇਰੇ ਕੋਲ ਕੁਛ ਕੱਟੀਆਂ ਹੈਗੀਆਂ ਅਖਬਾਰ ਦੀਆਂ, ਦੇਖੋ ਅੱਜ ਰੋਜ਼ 2-4 ਅਖਬਾਰ ਜਿਹੜੇ ਕਿਸਾਨ ਹੈ ਉਹ ਦੱਸਦੇ ਆ ਵੀ ਮੈਂ ਕੰਟਰੈਕਟ ਫਾਰਮਿੰਗ ਨਾਲ ਬੜੀ ਤਰੱਕੀ ਕੀਤੀ। ਰੋਜ਼ ਕੋਈ ਨਾ ਕੋਈ ਖਬਰਾਂ ਲੱਗੀਆਂ ਹੁੰਦੀਆਂ। ਔਰ ਦੇਖੋ ਤੁਸੀਂ ਮਿਸਟਰ ਜੋਹਲ ਜਿਹੜੇ ਇਹਦੇ ਐਕਸਪਰਟ ਹੈ, ਉਹਨਾਂ ਨੇ ਵੀ ਕਿਹਾ, ਜਿਹੜੇ ਅੱਜ ਤੱਕ ਜਿਹਨੂੰ ਅਸੀਂ PAU 'ਚ ਜਿਹੜੇ ਵਾਈਸ ਚਾਂਸਲਰ ਰਹੇ ਹਾਂ, ਵੀ ਇਹ ਜਿਹੜੇ ਹੈਗੇ ਉਹਨਾਂ ਕਿਸਾਨਾਂ ਦੀ ਕਿਸਮਤ ਬਦਲਣਗੇ। ਲੇਕਿਨ ਅਸੀਂ ਸੁਣਨ ਨੂੰ ਤਿਆਰ ਨਹੀਂ। ਕਿਉਂ? ਕਿਉਂਕਿ ਇਹ ਜਿਹੜੇ ਲੋਕ ਆਪਣੀਆਂ ਵੋਟਾਂ ਕਰਕੇ ਦੇਸ਼ ਨੂੰ ਅੱਜ ਤੱਕ ਜਿਹੜੇ ਚੂਸਦੇ ਰਹੇ ਹੈ, ਹੁਣ ਅੱਜ ਦੇਸ਼ ਨੂੰ ਖਰਾਬ ਕਰਨਾ ਚਾਹੁੰਦੇ ਆ। ਵੀ ਉਹਨਾਂ ਨੂੰ ਪਤਾ ਹੈ ਵੀ ਦੇਸ਼ 'ਚ ਐਸਾ ਕੇਂਦਰ 'ਚ ਰਾਜ ਹੈ ਜਿਨ੍ਹਾਂ ਨੇ ਦੇਸ਼ ਵਿੱਚ ਕੰਮ ਕਰਨਾ ਹੈ। ਸੋ ਇਹ ਚੀਜ਼ ਨੂੰ ਟਾਈਮ ਨਹੀਂ ਲਿਆ, ਠੀਕ ਹੋ ਜਾਏਗਾ।
ਤਾਂ ਇਹ ਸਨ ਸਾਡੇ ਨਾਲ ਪ੍ਰਵੀਨ ਬੰਸਲ ਜੀ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈਗਾ ਕਿ ਕਿਸਾਨਾਂ ਨੂੰ ਸਿਰਫ ਭਰਮਾਇਆ ਜਾ ਰਿਹਾ ਹੈ। ਸਿਰਫ ਵਿਪਕਸ਼ੀ ਦਲ ਜਿਹੜਾ ਹੈ ਉਹ ਵੋਟ ਬੈਂਕ ਦੀ ਰਾਜਨੀਤੀ ਕਰ ਰਿਹਾ ਹੈਗਾ। ਬਹੁਤ ਜਲਦ ਇਸ ਮੁੱਦੇ ਨੂੰ ਸੁਲਝਾ ਲਿਆ ਜਾਏਗਾ ਔਰ ਕਿਸਾਨਾਂ ਨੂੰ ਮਨਾ ਲਿੱਤਾ ਜਾਏਗਾ ਔਰ ਇਹ ਕਾਨੂੰਨ ਜਿਹੜਾ ਹੈਗਾ ਇਹ ਕਿਸਾਨਾਂ ਦੇ ਹੱਕ ਦਾ ਹੈ, ਕਿਸਾਨਾਂ ਦੇ ਖੁਸ਼ਹਾਲ ਜੀਵਨ ਲਈ ਬਣਾਇਆ ਗਿਆ ਹੈ। ਜਦੋਂ ਸਮੱਸਿਆ ਦਾ ਹੈ ਹੱਲ, ਫਿਰ ਕਿਉਂ ਹੋ ਪਰੇਸ਼ਾਨ? ਜਿਵੇਂ ਮਨ ਚ ਆਇਆ ਪਿਆਰ, ਪਤੀ ਪਤਨੀ ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ, ਪਿਆਰ ਵਿੱਚ ਧੋਖਾ ਖਾਦੇ ਹੋਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ। ਸੰਪਰਕ ਕਰੋ ਵਿਸ਼ਵਨਾਥ ਤਾਂਤਰਿਕ। ਤੁਸੀਂ ਸੰਪਰਕ ਕਰ ਸਕਦੇ ਹੋ 90244 70842।